ਕੁਝ ਗੱਲਾਂ ਦਾ ਜ਼ਿੱਦਾਂ ਨਾਲ ਤਾਲੁਕ ਹੈ ਗੂੜਾ, ਨਾ ਸਮਝੀ ਦੇ ਕਤਰੇ ਕੁਝ ਬੋਲਣ ਤੋਂ ਰਹਿ ਗਏ। ਕੁਝ ਗੱਲਾਂ ਦਾ ਜ਼ਿੱਦਾਂ ਨਾਲ ਤਾਲੁਕ ਹੈ ਗੂੜਾ, ਨਾ ਸਮਝੀ ਦੇ ਕਤਰੇ ਕੁਝ ਬੋਲਣ ਤੋਂ ਰਹਿ ਗਏ। ਅਸੀਂ ਖਾਮੋਸ਼ੀ ਅੰਦਰ ਕਈ ਗੱਲਾਂ ਸੀ ਸੁਣੀਆਂ ਅਤੇ ਰੌਲੇ ਵਿੱਚ ਸਿਫਰ ਫਰੋਲਣ ਤੋਂ ਰਹਿ ਗਏ। ਹੱਥ ਦਿੰਦੇ ਤਾਂ ਖਬਰੇ ਉਹ ਰੁਕ ਵੀ ਜਾਣਾ ਸੀ, ਹੱਥ ਦਿੰਦੇ ਖਬਰੇ ਉਹ ਰੁਕ ਵੀ ਜਾਣਾ ਸੀ। ਵੇ ਅਸੀਂ ਰਾਖ ਵੀ ਕਾਹਤੋਂ ਢੰਡੋਲਣ ਤੋਂ ਰਹਿ ਗਏ। ਚੱਲ ਤੱਕਦੇ ਆਂ ਕਿਹੜਾ ਇਸ ਭੀੜ 'ਚ ਬੈਠੇਗਾ, ਚੱਲ ਤੱਕਦੇ ਆਂ ਅਸੀਂ ਭੀੜ 'ਚ ਕਿਹੜਾ ਬੈਠੇਗਾ। ਅਸੀਂ ਤਕੜੀ ਤੇ ਵੱਟੇ ਸਭ ਤੋਲਣ ਤੋਂ ਰਹਿ ਗਏ। ਪਾਰ ਦ੍ਰਿਸ਼ਟੀ, ਦ੍ਰਿਸ਼ ਤੋਂ ਪਾਰ। ਦ੍ਰਿਸ਼ ਤੋਂ ਪਾਰ ਇੱਕ ਤਹਿਰੀਰ ਹੁੰਦੀ ਹੈ। ਤਹਿਰੀਰ ਦਾ ਆਪਣਾ ਫਲਸਫਾ ਹੁੰਦਾ, ਫਲਸਫੇ ਦੇ ਉੱਤੇ ਆਪਣਾ ਇੱਕ ਦ੍ਰਿਸ਼ ਤੇ ਉਸ ਦ੍ਰਿਸ਼ ਦੇ ਉੱਤੇ ਦ੍ਰਿਸ਼ਟੀ ਰੱਖਣ ਵਾਲਾ ਵਿਅਕਤੀ ਸਿਫਰ ਤੁਹਾਡੇ ਅੱਗੇ ਅੱਜ ਹਾਜ਼ਰ ਹੈ ਸੰਬੋਧਨੀ ਵਿਵਹਾਰ ਤੇ ਸਧਾਰਨ ਵਿਵਹਾਰ ਤੇ ਗੱਲ ਕਰਨ ਨੂੰ। ਸੰਬੋਧਨ ਕਰਨਾ ਸਾਡੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਕਰਮ ਹੈ। ਅਸੀਂ ਕਿਸੇ ਨੂੰ ਜਾਣੀਏ, ਕਿਸੇ ਨੂੰ ਪਹਿਚਾਣੀਏ, ਉਸ ਤੋਂ ਪਹਿਲੇ ਅਸੀਂ ਇਹ ਪੁੱਛਦੇ ਹਾਂ ਕਿ ਇਹਨੂੰ ਸੰਬੋਧਨ ਕਿਵੇਂ ਕੀਤਾ ਜਾਵੇ। ਬੜੀ ਪੁਰਾਤਨ ਜੀ ਗੱਲ ਚੇਤੇ ਆਉਂਦੀ ਹੈ, ਜਦੋਂ ਉਦਾਸੀ ਕਰਨ ਜਾਂਦੇ ਬਾਬਾ ਨਾਨਕ ਕਿਸੇ ਵੀ ਨਵੀਂ ਥਾਂ ਤੇ ਜਾਂਦੇ, ਉੱਥੋਂ ਦੇ ਲੋਕ ਬਾਬੇ ਨਾਨਕ ਨੂੰ ਜੰਡ ਤੇ ਸ਼ਰੀਂਹ ਹੇਠ ਜਾਂ ਕਿਸੇ ਰੁੱਖ ਹੇਠ ਬੈਠੇ ਦੇਖਣਾ ਤੇ ਉਹਨਾਂ ਨੇ ਪੁੱਛਣਾ ਕਿ ਭਾਈ ਇਹ ਕੌਣ ਲੋਕ ਨੇ, ਇਹ ਕਿਹੜੇ ਫਕੀਰ ਨੇ ਤੇ ਇਹਨਾਂ ਦੀ ਬੋਲੀ ਕਿਹੜੀ ਹੈ। ਇੱਥੇ ਬੋਲੀ ਦਾ ਭਾਵ ਭਾਸ਼ਾ ਨਹੀਂ ਸੀ ਹੁੰਦਾ, ਬੋਲੀ ਦਾ ਭਾਵ ਹੁੰਦਾ ਸੀ ਇਹਨਾਂ ਦਾ ਸੰਬੋਧਨੀ ਅੱਖਰ ਕਿਹੜਾ। ਤੇ ਭਾਈ ਮਰਦਾਨੇ ਨੇ ਜਵਾਬ ਇਹੀ ਦੇਣਾ ਹੁੰਦਾ ਸੀ, ਇਹਨਾਂ ਦੀ ਬੋਲੀ ਹੈ ਕਰਤਾਰ ਕਰਤਾਰ। ਅਗਲੇ ਨੇ ਸਜਦਾ ਕਰਨਾ ਕਰਤਾਰ ਕਰਤਾਰ, ਬਾਬੇ ਨਾਨਕ ਨੇ ਕਹਿਣਾ ਸਤ ਕਰਤਾਰ। ਆਓ ਪੁਰਖੋ ਬੈਠੋ। ਨਾ ਸਿਰਫ ਇਹ ਬਲਕਿ ਕੋਈ ਜੋਗੀ ਬੈਠਾ ਹੋਣਾ ਤੇ ਜੋਗੀ ਦੇ ਆਦੇਸ਼ ਵੱਖਰੀ ਹੁੰਦੀ ਸੀ। ਕਿਸੇ ਫਕੀਰ ਦਾ ਬੋਲਾ ਵੱਖਰਾ ਹੁੰਦਾ ਸੀ। ਇਹ ਬੋਲੇ ਸਾਡੀ ਪਹਿਚਾਣ ਹੁੰਦੇ ਸੀ। ਤੇ ਇਹ ਪਹਿਚਾਣ ਕੀ ਹੈ, ਇਹ ਬੋਲੇ ਕੀ ਨੇ? ਸੰਬੋਧਨੀ ਭਾਵ ਅਸੀਂ ਕਿਸੇ ਨੂੰ ਸੰਬੋਧਿਤ ਹੋਣਾ ਹੈ। ਸਮਾਂ ਬਦਲਿਆ ਅੱਜ, ਭਾਸ਼ਾਵਾਂ ਦੇ ਬਹੁਤ ਵਖਰੇਵਿਆਂ ਦੇ ਇਕੱਤਰ ਹੋਣ ਤੋਂ ਬਾਅਦ ਅਸੀਂ ਅੱਜ ਉਸ ਮੋੜ ਤੇ ਆ ਗਏ ਹਾਂ ਜਿੱਥੇ ਫਾਰਮੈਲਿਟੀ ਸਾਡੇ ਸੋਚਣ ਦਾ, ਸਾਡੇ ਜਿਉਣ ਦਾ ਅਜਿਹਾ ਢੰਗ ਬਣ ਗਈ ਹੈ ਕਿ ਅਸੀਂ ਆਪਣੇ ਸੰਬੋਧਨੀ ਅੱਖਰ ਵੀ ਫਾਰਮੈਲਿਟੀ ਵਿੱਚੋਂ ਚੁਣੇ। ਸਾਨੂੰ ਨਹੀਂ ਪਤਾ ਹੁੰਦਾ ਅਸੀਂ ਕੀ ਬੋਲ ਰਹੇ ਹਾਂ ਤੇ ਕਿਉਂ, ਪਰ ਅਸੀਂ ਬੋਲਦੇ ਹਾਂ। ਹੰਸਾਂ ਦੇ ਵੇੜੇ ਵਿੱਚ ਕਾਵਾਂ ਨੇ ਅੱਗ ਮਚਾਈ, ਹੰਸਾਂ ਦੇ ਵੇੜੇ ਵਿੱਚ ਕਾਵਾਂ ਨੇ ਅੱਗ ਮਚਾਈ। ਦੱਸ ਦੇ ਤੂੰ ਸਿਫਰ ਨਵੀਸਾ, ਕਿਹਨੇ ਤਰਥੱਲੀ ਪਾਈ। ਇਹ ਤਰਥੱਲੀ ਬਹੁਤ ਬੁਰੀ ਹੈ। ਸਾਡੇ ਜ਼ਿਹਨੀ ਟਿਕਾਅ ਦੇ ਵਿੱਚ ਇਸ ਤਰਥੱਲੀ ਨੇ ਸਾਨੂੰ ਝੰਜੋੜ ਦਿੱਤਾ ਹੈ। ਅਸੀਂ ਅੱਜ ਤਲਖ ਜੀਵਨ ਜੀ ਰਹੇ ਹਾਂ। ਅਸੀਂ ਕਿਸੇ ਨੂੰ ਐਕਸੈਪਟ ਨਹੀਂ ਕਰ ਪਾਉਂਦੇ, ਅਸੀਂ ਕਿਸੇ ਅੱਗੇ ਆਪਣਾ ਆਪ ਪ੍ਰੈਜ਼ੈਂਟ ਨਹੀਂ ਕਰ ਪਾਉਂਦੇ। ਆਪਣੇ ਆਪ ਨੂੰ ਸਹੀ ਤਰੀਕੇ ਪੇਸ਼ ਕਰਨਾ ਤੇ ਦੂਸਰੇ ਦੇ ਸਹੀ ਤਰੀਕੇ ਨੂੰ ਕਬੂਲਣਾ, ਦੋਵੇਂ ਗੱਲਾਂ ਬਰਾਬਰ ਚਾਹੀਦੀਆਂ। ਉਹਦੇ ਵਿੱਚ ਸਾਡੇ ਸੰਬੋਧਨ 'ਚ ਇਮਾਨਦਾਰੀ ਚਾਹੀਦੀ ਹੈ। ਸਾਡੇ ਸੰਬੋਧਨ ਦੀ ਇਮਾਨਦਾਰੀ ਵਾਸਤੇ ਸਾਡਾ ਆਪਣਾ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ। ਸਧਾਰਨ ਵਿਵਹਾਰ ਵਿੱਚ ਸੰਬੋਧਨ ਵਿਵਹਾਰ ਦਾ ਅਗਲਾ ਪੱਖ ਆਉਂਦਾ ਜਦੋਂ ਅਸੀਂ ਕਿਸੇ ਬਾਰੇ ਜਾਣਦੇ ਹਾਂ। ਕਿਸੇ ਦੇ ਬਾਰੇ ਨਾ ਪੱਖ ਸੁਣ ਲਓ, ਹਾਂ ਪੱਖ ਸੁਣ ਲਓ। ਕਿਸੇ ਦੇ ਹਾਂ ਪੱਖ ਨੂੰ ਵੀ ਸਾਡੇ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਕਿਉਂ? ਕਿਉਂਕਿ ਉਹਦਾ ਹਾਂ ਪੱਖ ਉਹਦੀ ਆਪਣੀ ਕਮਾਈ ਹੈ, ਉਸਦੀ ਆਪਣੀ ਘਾਲਣਾ ਹੈ। ਸਾਡਾ ਦਿੱਤਾ ਕੁਝ ਨਹੀਂ ਤੇ ਅਸੀਂ ਉਹ 'ਚੋਂ ਵੱਟਣਾ ਵੀ ਕੁਝ ਨਹੀਂ।
ਸਾਡਾ ਹਾਂ ਪੱਖ ਕਿਸੇ ਤੋਂ ਪ੍ਰੇਰਿਤ ਹੋ ਕੇ ਨਹੀਂ, ਸਾਡੇ ਆਪਣੇ ਹਾਲਾਤਾਂ ਦੀ ਲੋੜ ਮੁਤਾਬਕ ਉਹਦੇ ਅਨੁਕੂਲ ਤੇ ਪ੍ਰਤੀਕੂਲ ਢਾਲਣਾ ਹੈ। ਇਹ ਸਧਾਰਨ ਵਿਵਹਾਰ ਦੇ ਜ਼ਰੂਰੀ ਅੰਗ ਨੇ। ਇਹਨਾਂ ਵਾਸਤੇ ਕਦੀ ਵੀ ਵੱਡੇ ਵੱਡੇ ਵਿਸ਼ੇ ਪੜ੍ਹਨ ਦੀ ਲੋੜ ਨਹੀਂ ਪੈਂਦੀ, ਔਰ ਪੜ੍ਹਨੇ ਵੀ ਨਹੀਂ ਚਾਹੀਦੇ, ਕਿਉਂਕਿ ਅਸੀਂ ਕਿਸੇ ਨੂੰ ਆਪਣੇ ਅੰਦਰ ਦਾਖਲ ਨਹੀਂ ਕਰਨਾ, ਅਸੀਂ ਮੌਲਿਕ ਜੀਵਨ ਜੀਣਾ। ਮੌਲਿਕਤਾ ਦਾ ਕੁਛ ਤਾਂ ਕਾਇਦਾ ਹੁੰਦਾ ਹੋਏਗਾ ਨਾ। ਮੌਲਿਕਤਾ ਦਾ ਪਰਿਪੇਖ ਬਹੁਤ ਵੱਡਾ ਹੈ, ਇੰਨਾ ਵੱਡਾ ਕਿ ਸਾਰੇ ਦਰਸ਼ਨ, ਸਾਰੀ ਫਿਲਾਸਫੀਆਂ ਉਹਦੇ ਵਿੱਚ ਜਜ਼ਬ ਵੀ ਕਰ ਦੋ, ਫਨਾ ਵੀ ਹੋ ਜਾਣ, ਮੌਲਿਕਤਾ ਫਿਰ ਬਰਕਰਾਰ ਰਹਿੰਦੀ ਹੈ। ਅਜੋਕੇ ਸਮੇਂ ਵਿੱਚ ਜਿਸ ਸਮੱਸਿਆ ਦੇ ਕਰਕੇ ਮੈਨੂੰ ਇਹ ਗੱਲ ਮੋਹਰੇ ਰੱਖਣੀ ਪਈ ਹੈ, ਉਹਦਾ ਬਿਆਨ ਇਸ ਗੱਲ ਤੋਂ ਸ਼ੁਰੂ ਹੁੰਦਾ ਹੈ ਕਿ ਜਦੋਂ ਅਸੀਂ ਸਾਹਿਤ ਪੜ੍ਹਦੇ ਹਾਂ, ਜਦੋਂ ਅਸੀਂ ਸਾਹਿਤ ਦੇ ਰੂਬਰੂ ਹੁੰਦੇ ਹਾਂ, ਅਸੀਂ ਪਹਿਲਾਂ ਇਹ ਵੇਖਦੇ ਹਾਂ ਕਿ ਸਾਹਿਤ ਦਾ ਸਿਰਲੇਖ ਕੀ ਹੈ। ਅਸੀਂ ਫਿਰ ਇਹ ਦੇਖਦੇ ਹਾਂ ਸਾਹਿਤ ਦੀ ਉਸ ਕਿਤਾਬ ਦਾ ਤਸਵੀਰਨਾਮਚਾ, ਉਸ ਕਿਤਾਬ ਦਾ ਕਵਰ, ਸਰਵਰਕ ਕਿਵੇਂ ਦਾ ਹੈ। ਅਸੀਂ ਫਿਰ ਇਹ ਦੇਖਦੇ ਹਾਂ ਕਿ ਉਸ ਲੇਖਕ ਨੇ ਗਲਤੀਆਂ ਕਿੰਨੀਆਂ ਕੀਤੀਆਂ ਨੇ ਅੱਖਰ ਵੰਡ ਦੇ ਵਿੱਚ। ਠੀਕ ਹੈ, ਹੋਣੀਆਂ ਚਾਹੀਦੀਆਂ, ਨਿਗਾਹ ਰੱਖਣੀ ਬਣਦੀ ਹੈ, ਨੋ ਡਾਊਟ, ਪਰ ਸਾਨੂੰ ਇਹ ਪਾਠਕ ਨਹੀਂ ਬਣਾਉਂਦੀਆਂ, ਇਹ ਪਾਠਕ ਨਹੀਂ ਬਣਾਉਂਦੀਆਂ, ਤੇ ਮੌਲਿਕ ਮਨੁੱਖ ਹੋਣਾ ਪਾਠਕ ਹੋਣ ਤੋਂ ਬਿਨਾਂ ਸੰਭਵ ਨਹੀਂ। ਸਿੱਖਣ ਦੇ ਲਈ ਪਹਿਲੇ ਸਾਡੀ ਸਰੋਤ ਇੰਨੀ ਸ਼ੁੱਧ ਹੋਣੀ ਚਾਹੀਦੀ ਹੈ ਕਿ ਜੋ ਚੀਜ਼ ਹੈ ਉਵੇਂ ਦੀ ਉਵੇਂ ਸਾਡੇ ਅੰਦਰ ਜਾ ਰਹੀ ਹੈ, ਨਾ ਤੇ ਉਸ ਆਵਾਜ਼ ਵਿੱਚ ਘੱਟ ਆਵਾਜ਼ ਸਾਨੂੰ ਸੁਣਾਈ ਦੇਣੀ ਚਾਹੀਦੀ ਹੈ। ਜੇ ਸਾਨੂੰ ਕਿਸੇ ਦੀ ਕਹੀ ਗੱਲ ਅੱਧੀ ਸੁਣ ਰਹੀ ਹੈ ਤਾਂ ਸਾਡੇ ਕੰਨਾਂ 'ਚ ਨੁਕਸ ਹੈ, ਤੇ ਜੇ ਕਿਸੇ ਦੀ ਕਹੀ ਗੱਲ ਦੋਹਰੀ ਹੋ ਕੇ ਸੁਣ ਰਹੀ ਹੋਵੇ ਤਾਂ ਵੀ ਸਾਡੇ ਕੰਨਾਂ 'ਚ ਨੁਕਸ ਹੈ। ਇਹ ਗੱਲ ਸਾਡੇ ਜ਼ਿਹਨ ਦੇ ਲਈ ਬਰਾਬਰ ਟਿਕਦੀ ਹੈ, ਟੁਕਦੀ ਹੈ। ਸਮਾਜ ਅੰਨਾ ਹੈ, ਬਿਲਕੁਲ ਅੰਨਾ, ਔਰ ਇੱਥੇ ਕਾਣਾ ਵੀ ਵਹਿਮੀ ਹੈ। ਉਹਨੂੰ ਵਹਿਮ ਹੈ ਕਿ ਮੈਂ ਕਾਣਾ, ਮੈਨੂੰ ਇੱਕ ਅੱਖ ਚੋਂ ਦੀਦਾ ਹੈ, ਦਿਸਦਾ ਉਹਨੂੰ ਵੀ ਕੁਛ ਨਹੀਂ। ਰਾਜ ਚੱਲ ਰਿਹਾ ਹੈ ਅੰਨਿਆਂ ਤੇ ਕਾਣੇ ਦਾ, ਤੇ ਜਿਹੜਾ ਅੰਨਿਆਂ ਨੂੰ ਇਹੀ ਨਹੀਂ ਪਤਾ ਕਿ ਸੁਜਾਖਾਪਣ ਹੁੰਦਾ ਕੀ ਹੈ, ਉਹ ਕਿਵੇਂ ਮੰਨ ਲਵੇ ਕਿ ਅਗਲਾ ਕਾਣਾ ਜਿਹੜਾ ਸੱਚਮੁੱਚ ਇੱਕ ਅੱਖ ਤੋਂ ਵੇਖ ਸਕਦਾ। ਗੱਲ ਤੇ ਕਿਸੇ ਸੁਜਾਖੇ ਬੰਦੇ ਤੋਂ ਪੁੱਛਣੀ ਪਊਗੀ ਨਾ। ਸੁਜਾਖਿਆਂ ਤੋਂ ਕੋਈ ਭਾਅ ਨਾ ਦਵੇ, ਸੁਜਾਖਿਆਂ ਨੂੰ ਕੋਈ ਇਸ ਗੱਲ ਕਰਕੇ ਧਿਆਨ ਵਿੱਚ ਨਾ ਰੱਖੇ ਕਿ ਇਹ ਸਾਨੂੰ ਸੱਚ ਦੱਸੂਗਾ ਕੌੜਾ, ਸਾਡੇ ਕਿਸੇ ਕੰਮ ਦਾ ਨਹੀਂ, ਕਿਉਂਕਿ ਅਸੀਂ ਤਾਂ ਅੰਨਿਆਂ ਤੇ ਰਾਜ ਕਰਨਾ। ਗੱਲ ਐ ਨਹੀਂ ਬਣਦੀ। ਅਸੀਂ ਅੰਨਿਆਂ ਤੇ ਰਾਜ ਕਰਨਾ ਹੈ, ਪਰ ਅਸੀਂ ਆਪਣੇ ਭਾਵੀ ਭਵਿੱਖ ਨੂੰ ਅੰਨਾ ਤਾਂ ਨਹੀਂ ਰੱਖਣਾ। ਇਹ ਸੰਬੋਧਨੀ ਵਿਵਹਾਰ ਤੇ ਸਧਾਰਨ ਵਿਵਹਾਰ ਦੀ ਇੱਕ ਮਿਕਤਾ ਹੈ। ਜਿਵੇਂ ਤੁਹਾਨੂੰ ਲੋੜ ਪੈਂਦੀ ਹੈ ਕਿ ਕਿਸੇ ਬਾਰੇ ਜਾਣਨ ਲਈ ਕਿ ਉਹਦੀ ਬੋਲੀ ਕੀ ਹੈ, ਉਹ ਬੋਲਦਾ ਕੀ ਹੈ, ਉਹ ਜਾਣਦਾ ਕੀ ਹੈ, ਤੇ ਉਦੋਂ ਬਾਅਦ ਤੁਹਾਨੂੰ ਇਹ ਲੋੜ ਜ਼ਰੂਰੀ ਲਾਜ਼ਮੀ ਤੌਰ ਤੇ ਪੈ ਜਾਏਗੀ ਕਿ ਉਹ ਬੰਦਾ ਹੈ ਕੀ ਹੈ। ਜਿਵੇਂ ਦਾ ਹੈ ਉਵੇਂ ਦਾ ਕਬੂਲੀਏ, ਜਿਵੇਂ ਦੇ ਅਸੀਂ ਹਾਂ, ਅਸੀਂ ਉਹਦੇ ਨਾਲ ਜੇ ਸਹਿਮਤ ਨਹੀਂ ਹਾਂ, ਅਸੀਂ ਉਹਦੇ ਨਾਲ ਜੇ ਨਾਲ ਚੱਲਦੇ ਹੋਏ ਵੀ ਉਸ ਦੀ ਗੱਲ ਦੇ ਹਾਮੀ ਨਹੀਂ ਭਰ ਸਕਦੇ, ਤਾਂ ਅਸੀਂ ਨਾ 'ਚ ਸਿਰ ਹਿਲਾਈਏ। ਸਬਰਨ ਜੇ ਹਾਂ 'ਚ ਸਿਰ ਹਿਲਾਉਂਦੇ ਗਏ ਤਾਂ ਉਹਨੂੰ ਵਹਿਮ ਪੈ ਜਾਏਗਾ ਕਿ ਹਾਂ ਮੈਂ ਕਾਣਾ, ਬਾਕੀ ਅੰਨੇ ਨੇ, ਮੈਂ ਕਾਣਾ। ਅੰਨੇ ਸਮਾਜ ਦੀ ਕਹਾਣੀ ਇੰਨੀ ਤਰਤੀਬ ਵਿਗੜੀ ਹੋਈ ਹੈ ਕਿ ਇੱਥੇ ਕੋਈ ਗੱਲ ਕਹੀ, ਸੁਣੀ ਤੇ ਸਮਝਾਈ ਸਵਾਲਾਂ ਤੋਂ ਉੱਪਰ ਨਹੀਂ ਜਾਂਦੀ। ਸਵਾਲ ਇੰਨੇ ਕੱਚੇ ਕਿ ਸਵਾਲ ਹੀ ਆਪਣੇ ਆਪ ਵਿੱਚ ਦੁਵਿਧਾ ਨੇ। ਕੋਈ ਉਹਨਾਂ ਨੂੰ ਪੁੱਛੇ ਕਿ ਇਹ ਸਵਾਲ ਕਿਉਂ ਹੈ, ਕਿਉਂ ਆਪਣੇ ਆਪ ਵਿੱਚ ਸਵਾਲ ਨਹੀਂ ਹੈ, ਸਵਾਲ ਆਪਣੇ ਆਪ ਵਿੱਚ ਕਿਉਂ ਹੈ।
ਤੁਹਾਡੇ ਅੰਦਰ ਇੰਨੀ ਜੋਤ ਹੋਣੀ ਚਾਹੀਦੀ ਹੈ, ਇੰਨਾ ਜਜ਼ਬਾ ਹੋਣਾ ਚਾਹੀਦਾ ਸਵਾਲ ਕਰ ਸਕੋ, ਪਰ ਤੁਹਾਡੇ ਅੰਦਰ ਇੰਨੀ ਸਮਝ ਵੀ ਹੋਣੀ ਚਾਹੀਦੀ ਹੈ ਕਿ ਸਵਾਲ ਮੇਰਾ ਜਾਇਜ਼ ਹੈ ਜਾਂ ਨਹੀਂ। ਪਾਗਲਪਣ ਤੇ ਸੁਜਾਖੇ ਸਿਆਣੇ ਬੰਦੇ ਵਿੱਚ ਫਰਕ ਸਿਰਫ ਇੰਨਾ ਹੁੰਦਾ ਕਿ ਸਿਆਣੇ ਨੂੰ ਸਮੇਂ ਤੇ ਚੁੱਪ ਰਹਿਣਾ ਆਉਂਦਾ, ਪਰ ਪਾਗਲ ਨੂੰ ਚੁੱਪ ਰਹਿਣਾ ਨਹੀਂ ਆਉਂਦਾ। ਉਹ ਬੋਲਦਾ ਜਾਂਦਾ ਹੈ, ਉਹ ਕਹਿੰਦਾ ਸ਼ਾਇਦ ਮੈਂ ਜਦ ਤੱਕ ਆਪਣੀ ਗੱਲ ਪੂਰੀ ਸੁੱਟ ਨਾ ਦੇਵਾਂ ਤਦ ਤੱਕ ਮੇਰੀ ਗੱਲ ਪੂਰੀ ਨਹੀਂ ਹੋਣੀ ਤੇ ਮੇਰੀ ਗੱਲ ਦੱਬੀ ਜਾਣੀ ਹੈ। ਸਿਆਣਾ ਬੰਦਾ ਕਹਿੰਦਾ ਹੈ ਸਾਹਮਣੇ ਮੌਤ ਵੀ ਬੈਠੀ ਹੈ ਤਾਂ ਕੋਈ ਗੱਲ ਨਹੀਂ, ਸਮਾਂ ਮੇਰਾ ਵੀ ਆਏਗਾ। ਉਸ ਸਮੇਂ ਨੇ ਇਹ ਨਹੀਂ ਖਿਆਲ ਕੀਤਾ ਕਿ ਸਾਹਮਣੇ ਤੱਤੀ ਤਵੀ ਹੈ। ਉਸ ਸਮੇਂ ਨੇ ਇਹ ਖਿਆਲ ਨਹੀਂ ਕੀਤਾ ਕਿ ਸਾਹਮਣੇ ਚੇਚਕ ਦੀ ਬਿਮਾਰੀ ਹੈ। ਉਸ ਸਮੇਂ ਨੇ ਇਹ ਨਹੀਂ ਖਿਆਲ ਕੀਤਾ ਕਿ ਚਾਂਦਨੀ ਚੌਂਕ ਤੇ ਤਲਵਾਰ ਲਿਸ਼ਕ ਰਹੀ ਹੈ। ਉਸ ਸਮੇਂ ਨੇ ਇਹ ਨਹੀਂ ਖਿਆਲ ਕੀਤਾ ਕਿ ਪਿੱਠ 'ਚ ਖੰਜਰ ਛੁੱਭ ਗਿਆ। ਉਹ ਖੰਜਰ ਖੁੱਭਿਆ ਕਿਸੇ ਦੀ ਆਨ ਸ਼ਾਨ ਤੇ ਈਮਾਨ ਦੇ ਉੱਤੇ ਧੱਬਾ ਹੋ ਸਕਦਾ ਹੋਵੇਗਾ, ਪਰ ਉਸ ਸ਼ਖਸ ਨੂੰ ਪਤਾ ਹੈ ਕਿ ਮੇਰੇ ਕਰਮ ਦਿੱਤੇ ਨੇ, ਮੇਰੇ ਕਰਮ ਨਿਭ ਰਹੇ ਨੇ। ਮੌਤ ਦੇ ਰੂਪ ਦਾ ਸਾਡਾ ਕੋਈ ਹੱਕ ਨਹੀਂ। ਮੌਤ ਇੱਕ ਇਹੋ ਜਿਹੀ ਚੀਜ਼ ਹੈ ਜਿਸ ਉੱਤੇ ਸਾਡਾ ਕਿਸੇ ਵੀ ਸਿਆਣੇ ਬੰਦੇ ਦਾ ਦਾਅਵਾ ਨਹੀਂ ਹੋ ਸਕਦਾ। ਇਹ ਆਦਰਸ਼ਵਾਦ ਦੀਆਂ ਗੱਲਾਂ ਨੇ ਕਿ ਅਸੀਂ ਕਹੀਏ ਵੀ ਹਾਂ ਸਾਨੂੰ ਇਹੋ ਜਿਹੀ ਮੌਤ ਆਵੇ, ਅਸੀਂ ਮਰਨ ਤੋਂ ਬਾਅਦ ਸੂਰਮੇ ਕਹਾਏ ਜਾਈਏ, ਅਸੀਂ ਸ਼ਹੀਦਾਂ 'ਚ ਗਿਣੇ ਜਾਈਏ। ਨਹੀਂ, ਉਹ ਤਾਂ ਸਾਰੀ ਜ਼ਿੰਦਗੀ ਇਹ ਸੋਚਣ 'ਚ ਲੱਗਾ ਰਹਿੰਦਾ ਕਿ ਮੈਂ ਜਦ ਤੱਕ ਜਿਉਂਦਾ ਤਦ ਤੱਕ ਕੋਈ ਇਹੋ ਜਿਹਾ ਕੰਮ ਨਾ ਹੋਵੇ ਕਿ ਮੈਨੂੰ ਮਰੇ ਤੋਂ ਬਾਅਦ ਕਹਿਣ ਕਿ ਕਾਕਾ ਪੁਰਖਾ ਧ੍ਰਿਗ ਕੰਮ ਕੀਤਾ ਹੀ। ਲਾਹਨਤ ਤੇਰੇ ਇਸ ਜ਼ਿੰਦਗੀ 'ਚ ਇਹ ਇੱਕ ਕੰਮ ਕਰਨ ਤੇ, ਭਾਵੇਂ ਸਾਰੀ ਜ਼ਿੰਦਗੀ ਹੱਕ ਸੱਚ ਤੇ ਕੱਟੀ ਹੋਵੇ। ਇੱਕ ਕਰਮ ਤੇ ਵੀ ਧ੍ਰਿਗ ਪੈ ਜਾਵੇ, ਇੱਕ ਕਰਮ ਨੂੰ ਵੀ ਫਟਕਾਰ ਪੈ ਜਾਵੇ, ਉਹਦੇ ਵਾਸਤੇ ਲਾਹਨਤ। ਇਹ ਸੰਬੋਧਨੀ ਵਿਹਾਰ ਤੇ ਸਧਾਰਨ ਵਿਵਹਾਰ ਦੀਆਂ ਗੱਲਾਂ ਨੇ, ਇਹ ਸਾਡੇ ਜੀਵਨ ਦੀਆਂ ਗੱਲਾਂ ਨੇ। ਇਹ ਦਰਸ਼ਨ ਦੀਆਂ ਜਾਂ ਉਚਾਰਨ ਕੀਤੀਆਂ ਹੋਈਆਂ ਸ਼ਾਬਦਿਕ ਗੱਲਾਂ ਨਹੀਂ ਨੇ। ਮਹਿਸੂਸ ਕਰੋ, ਸੋਚੋ ਤੁਸੀਂ ਕਿੱਥੇ ਖੜੇ ਹੋ, ਮੈਂ ਕਿੱਥੇ ਖੜਾ ਹਾਂ, ਮੈਂ ਜਾਣਦਾ ਕੀ ਹਾਂ ਆਪਣੇ ਬਾਰੇ, ਆਪਣੇ ਆਪ ਨੂੰ ਕੀ ਸਮਝਦਾ ਮੈਂ। ਸਮਾਜ ਅੰਨਾ ਹੈ, ਹੋ ਹੱਲਾ ਮਚਾ ਰਿਹਾ ਹੈ, ਠੀਕ ਹੈ, ਪਰ ਅਸੀਂ ਜਦੋਂ ਜਿਉਣਾ ਹੈ ਤਾਂ ਉਸ ਹੋ ਹੱਲੇ ਵਿੱਚ ਅਸੀਂ ਵੀ ਹੱਲਾ ਗੁੱਲਾ ਨਹੀਂ ਮਚਾਉਣਾ। ਸਾਡੇ ਕਰਨ ਨੂੰ ਕੰਮ ਬਹੁਤ ਨੇ, ਸਾਡੇ ਜੀਵਨ ਨੂੰ ਰਾਹ ਬਹੁਤ ਨੇ, ਰਾਹ ਨਹੀਂ ਮੁੱਕਦੇ, ਜ਼ਿੰਦਗੀ ਮੁੱਕ ਜਾਂਦੀ ਹੈ। ਤੇ ਜ਼ਿੰਦਗੀ ਮੁੱਕਦੀ ਦੀ ਅਟੱਲ ਸੱਚਾਈ ਨੂੰ ਸਮਝਦੇ ਹੋਏ ਆਪਣੇ ਪਲ ਪਲ ਨੂੰ ਸਾਂਭਣਾ ਸਿੱਖੀਏ, ਜਾਣਨਾ ਸਿੱਖੀਏ ਕਿ ਅਸੀਂ ਕਿਸੇ ਦੇ ਉੱਤੇ ਹਾਵੀ ਹੋਣ ਨੂੰ ਨਹੀਂ ਜੀ ਰਹੇ। ਅਸੀਂ ਆਪਣੇ ਉੱਤੇ ਪਏ ਹੋਏ ਕਿਸੇ ਅਦਿੱਖ ਦੇ ਪ੍ਰਭਾਵ ਨੂੰ, ਭਾਵੇਂ ਡਰ ਹੈ, ਭਾਵੇਂ ਖੁਸ਼ੀ ਦਾ ਉਮਾਹ ਵੀ ਵਧੀਕੀ ਹੋਵੇ ਤੇ ਭਾਵੇਂ ਹੰਕਾਰ, ਇਹ ਸਾਰੇ ਭਾਰ ਨੂੰ ਹੌਲਾ ਕਰ ਦੇਣਾ, ਸਹਿਜ ਵਿੱਚ ਆਉਣਾ। ਜਦੋਂ ਇਸ ਦੀ ਗੱਲ ਚੱਲੇਗੀ ਤਾਂ ਉਹਦਾ ਸੰਬੋਧਨੀ ਸਵਾਲ ਇਹ ਗਾਏਗਾ ਵੀ ਤੇ ਕਹੇਗਾ ਕਿ ਤੇਰੇ ਕੱਚੇ ਜਿਹੇ ਨਿਜ਼ਾਮ ਦਾ ਸਰਬਰਾਹ ਵੇ ਕਿਹੜਾ, ਤੇਰੇ ਕੱਚੇ ਜਿਹੇ ਨਿਜ਼ਾਮ ਦਾ ਸਰਬਰਾਹ ਵੇ ਕਿਹੜਾ, ਇਸ ਡੁੱਬਦੇ ਹੋਏ ਬੇੜੇ ਵਿੱਚ ਸੀ ਮਲਾਹ ਵੇ ਕਿਹੜਾ। ਹਵਾਵਾਂ ਸੀ ਤੱਤੀਆਂ, ਫਿਜ਼ਾਵਾਂ ਵੀ ਹੋਰ ਕੁਰੱਤੀਆਂ, ਮੈਂ ਤੱਕਦਾ ਵਾਂ ਤੇਰੇ ਤੋਂ ਹੁਣ ਤੱਕ ਅਗਾਹ ਵੇ ਕਿਹੜਾ। ਗਰਦਿਸ਼ ਵਿੱਚ ਕੁਝ ਸਲਾਹਾਂ ਦੇ ਦੌਰ ਚੱਲਦੇ ਸੀ ਤੇ ਆਗੂ ਬਣਦੇ ਸੀ ਤੇਰੇ ਮਹਿਲਾਂ ਦੇ ਮੰਗਤੇ। ਗਰਦਿਸ਼ ਵਿੱਚ ਕੁਝ ਸਲਾਹਾਂ ਦੇ ਦੌਰ ਚੱਲਦੇ ਸੀ ਤੇ ਆਗੂ ਬਣਦੇ ਸੀ ਤੇਰੇ ਮਹਿਲਾਂ ਦੇ ਮੰਗਤੇ। ਤੇਰੀ ਕੱਚੀ ਗੜੀ ਵਿੱਚ ਕਿਹੜੇ ਠੌਰ ਮਲਦੇ ਸੀ, ਜ਼ਰਾ ਵੇਖ ਕਾਬੇ ਹੱਜ ਭੁਗਤਾਉਂਦੀ ਸੰਗਤੇ। ਫਕਰਾਂ ਦੇ ਦਰਵਾਜ਼ੇ ਉੱਤੇ ਮੱਥੇ ਤੇਰੇ ਹੀ ਫੁੱਟਣੇ ਨੇ, ਫਕਰਾਂ ਦੇ ਦਰਵਾਜ਼ੇ ਤੇ ਮੱਥੇ ਤੇਰੇ ਹੀ ਫੁੱਟਣੇ ਨੇ, ਤੇਰੇ ਦੀਵਾਨਿਆਂ ਨੂੰ ਵੇਖੀ ਪਿਆ ਸ਼ੁਦਾ ਏ ਕਿਹੜਾ। ਵੇ ਲੋਕਾ ਸ਼ਰਮਾਈ ਨਾ, ਐਵੇਂ ਡਰ ਤੂੰ ਜਾਵੀਂ ਨਾ, ਵੇ ਲੋਕਾ ਸ਼ਰਮਾਈ ਨਾ, ਐਵੇਂ ਡਰ ਤੂੰ ਜਾਈ ਨਾ, ਹਾਲੇ ਕਵਣਾ ਦੇ ਬੂਟੇ ਵਿੱਚ ਜ਼ਹਿਰ ਫੁੱਟਣਗੇ। ਗੁੰਬਦ ਨੂੰ ਤੋੜੇਗਾ ਤੂੰ
तेरा खोपर उन्हां भन्नना, वेखी चल तेरे राखे पूरा शहर लुੱਟਣਗੇ। ਅਸੀਂ ਮੁੜ ਨਹੀਂ ਸਮਝਾਉਣਾ, ਸੰਬੋਧਿਤ ਤੈਨੂੰ ਹੋ ਕੇ, ਹਵਾਵਾਂ ਦੇ ਬੁੱਲਿਆਂ ਨੂੰ ਪਰਤੇ ਸਾਹ ਵੇ ਕਿਹੜਾ। ਸਫਾ ਜੰਗ ਤੇਰੇ ਸਾਫਿਆਂ ਨੂੰ ਗਲ ਤੋਂ ਉਹਨਾਂ ਲਾਇਆ, ਸਫਾ ਜੰਗ ਤੇਰੇ ਸਾਫਿਆਂ ਨੂੰ ਗਲ ਤੋਂ ਉਹਨਾਂ ਲਾਇਆ। ਬੜਾ ਭੈੜਾ ਜ਼ਮਾਨਾ ਇੰਨੀ ਕੀਮਤ ਨੂੰ ਧਰ ਤੂੰ, ਇਹਨੇ ਸਿਫਰ ਨਵੀਸ ਨੂੰ ਸੜਕਾਂ ਉੱਤੇ ਵੱਢ ਵਗਾਇਆ, ਇਹਨੇ ਸਿਫਰ ਨਵੀਸ ਨੂੰ ਸੜਕਾਂ ਉੱਤੇ ਵੱਢ ਵਗਾਇਆ। ਇਹਦੇ ਫਲਸਫੇ ਉੱਤੇ ਤਾਂ ਗਨੀਮਤ ਹੀ ਕਰ ਤੂੰ। ਉਹਨੂੰ ਸਾਰੀ ਜ਼ਿੰਦਗੀ ਵਿੱਚ ਇੰਨਾ ਮੰਨਣਾ ਨਹੀਂ ਆਇਆ, ਇੱਥੇ ਮਹਿਫਿਲ ਵਿੱਚ ਭੁੱਲਿਆ ਬੇਰਾਹ ਸੀ ਕਿਹੜਾ। ਤੇਰੇ ਕੱਚੇ ਜਿਹੇ ਨਿਜ਼ਾਮ ਦਾ ਸਰਬਰਾਹ ਵੇ ਕਿਹੜਾ, ਇਸ ਡੁੱਬਦੇ ਹੋਏ ਬੇੜੇ ਵਿੱਚ ਸੀ ਮਲਾਹ ਵੇ ਕਿਹੜਾ। ਸਾਂਭੋ ਖੁਦ ਨੂੰ, ਸਮਝੋ ਜਦੋਂ ਬੇੜਾ ਡੁੱਬਣ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਪਿਛਲੇਰੇ ਪਰਿਵਾਰਵਾਦ ਦੇ ਯੁੱਗ ਤੋਂ ਅੱਗੇ ਵੱਧ ਰਹੇ ਹਾਂ। ਇਹ ਨਿਊਕਲੀਅਰ ਯੁੱਗ, ਐਟਮੀ ਪਰਮਾਣੂ ਯੁੱਗ ਕੱਲਾ ਪਰਮਾਣੂ ਤਾਕਤਾਂ ਜਾਂ ਪਰਮਾਣੂ ਹਥਿਆਰਾਂ ਦਾ ਨਹੀਂ, ਪਰਿਵਾਰ ਵੀ ਪਰਮਾਣੂ ਹੋ ਰਹੇ ਨੇ। ਅਸੀਂ ਇਕੱਲੇ ਜੀ ਸਾਡੇ ਆਉਣ ਵਾਲੇ ਭਵਿੱਖ ਦੇ ਚੰਗੇ ਜਾਂ ਮਾੜੇ ਲਈ ਜ਼ਿੰਮੇਵਾਰ ਹਾਂ। ਇਹ ਨਾ ਸਮਝੋ ਕਿ ਅਸੀਂ ਕੀ ਕਰ ਸਕਦੇ ਹਾਂ, ਇਹ ਨਾ ਸਮਝੋ ਅਸੀਂ ਕੀ ਨਹੀਂ ਕਰ ਸਕਦੇ। ਅਸੀਂ ਇਹਨਾਂ ਸੋਚਾਂ ਵਿਚਾਰਾਂ ਦੇ ਦੌਰ ਤੋਂ ਹੁਣ ਬਾਹਰ ਨਿਕਲੀਏ। ਇਤਿਹਾਸ ਪੜ੍ਹ ਕੇ ਉਹਦੇ ਉੱਤੇ ਕਟਾਕਸ਼ ਕਰ ਕੇ ਅਸੀਂ ਗਰਕ ਚੁੱਕੇ ਹਾਂ। ਗਰਕਣ ਦਾ ਹੋਰ ਸਮਾਂ ਨਹੀਂ ਮਿਲਦਾ। ਸਾਡੇ ਬੱਚੇ ਇੰਨਾ ਸਮਾਂ ਨਹੀਂ ਰੱਖਦੇ ਕਿ ਉਹ ਇੰਨਾ ਕੁਝ ਪੜ੍ਹ ਕੇ ਸਮਝਣ ਦੀ ਜ਼ਰੂਰਤ ਕਰਨ। ਤੇ ਜੇ ਕਿਤੇ ਅੱਧਿਆਂ ਨੇ ਜ਼ਰੂਰਤ ਵੀ ਕੀਤੀ ਤਾਂ ਸਾਡੇ 'ਚ ਇੰਨਾ ਮਾਦਾ ਨਹੀਂ ਕਿ ਅਸੀਂ ਆਪਣੇ ਬੀਤੇ ਕੰਮਾਂ ਉੱਤੇ ਕਾਟਾ ਫਿਰਦਾ ਦੇਖ ਸਕੀਏ, ਉਹਦੇ ਉੱਤੇ ਸਵਾਲੀਆ ਚਿੰਨ੍ਹ ਲੱਗਦਾ ਵੇਖ ਸਕੀਏ। ਇਸ ਲਈ ਆਪੋ ਆਪਣੀਆਂ ਭਾਵਨਾਵਾਂ ਸਾਂਭੋ। ਜੇ ਭਾਵਨਾਵਾਂ ਆਹਤ ਹੋਣ ਤੋਂ ਬਚਾਉਣੀਆਂ ਨੇ ਤਾਂ ਫਿਰ ਭਾਵਨਾਵਾਂ ਨੂੰ ਪਰੇ ਰੱਖ ਕੇ ਅੱਗੇ ਦੀ ਸੋਚੋ, ਜੀਓ, ਮਾਣੋ ਜ਼ਿੰਦਗੀ ਤੇ ਜਾਣੋ ਖੁਦ ਨੂੰ। ਫਿਰ ਉਦੋਂ ਇਹ ਸਵਾਲ ਨਹੀਂ ਰਹਿਣਾ ਕਿ ਹੰਸਾਂ ਦੇ ਵਿਹੜੇ ਵਿੱਚ ਕਾਵਾਂ ਨੇ ਅੱਗ ਮਚਾਈ, ਹੰਸਾਂ ਦੇ ਵਿਹੜੇ ਦੇ ਵਿੱਚ ਕਾਵਾਂ ਨੇ ਅੱਗ ਮਚਾਈ। ਦੱਸ ਦੇ ਤੂੰ ਸਿਫਰ ਨਵੀਸਾ, ਕਿਹਨੇ ਤਰਥੱਲੀ ਪਾਈ। ਉਮੀਦ ਕਰਦਾ ਕਿ ਤਰਥੱਲੀ ਪਾਉਣ ਵਾਲੇ ਤੱਤ ਤੁਹਾਡੀ ਅੱਖਾਂ ਅੱਗੇ ਤੈਰਨ ਲੱਗ ਪਏ ਹੋਣਗੇ। ਨਾਵਿਆਂ ਦੀ ਗਿਣਤੀ 'ਚ ਨਾ ਪੈਣਾ, ਭਾਵਾਂ ਦੀ ਗਿਣਤੀ ਵਿੱਚ ਨਾ ਪੈਣਾ। ਹੋ ਸਕਦਾ ਉਹ ਤੱਤ ਤੁਸੀਂ ਖੁਦ ਵੀ ਹੋਵੋ। ਤੁਹਾਡੀ ਬੇਵਕੂਫੀ, ਤੁਹਾਡੀ ਨਾ ਸਮਝੀ, ਤੁਹਾਡੀ ਆਵਾਜ਼ਾਰੀ, ਤੁਹਾਡੀ ਜਲਦਬਾਜ਼ੀਆਂ ਤੁਹਾਡੇ ਲਈ ਜ਼ਹਿਰ ਨੇ। ਤੁਹਾਨੂੰ ਆਪਣੀ ਕਾਬਲੀਅਤ ਨਿਖਾਰਨ ਦੀ ਲੋੜ ਹੈ। ਤੁਹਾਨੂੰ ਖੁਦ ਦੇ ਪ੍ਰਤੀ ਜਾਣਕਾਰੀ ਵਧਾਉਣ ਦੀ ਲੋੜ ਹੈ। ਤੁਹਾਡੀ ਪੜ੍ਹਾਈ ਅਧੂਰੀ ਹੈ ਵੀਰੋ, ਜਾਣੋ, ਪੜ੍ਹੋ। ਇਹ ਨਹੀਂ ਕਹਿੰਦਾ ਨਾ ਪੜ੍ਹੋ, ਸਿੱਖਿਅਤ ਹੋਵੋ ਸਿੱਖਿਅਤ, ਪਰ ਆਪਣੇ ਆਪ ਦੇ। ਆਪਣੇ ਆਪ ਤੋਂ ਜਾਣੂ ਹੋਵੋਗੇ, ਬਾਕੀ ਗੱਲਾਂ ਫਿਰ ਸਮਝ ਆਉਣਗੀਆਂ। ਕਿਉਂਕਿ ਮਸਲਾ ਤੇ ਸੰਬੋਧਿਤ ਹੋਣ ਦਾ ਹੈ, ਹੋਰ ਕੋਈ ਨਹੀਂ। ਸੰਬੋਧਨੀ ਵਿਵਹਾਰ ਆਪਣੇ ਆਪ ਨੂੰ ਜਾਣਨ ਦਾ ਹੈ। ਆਪਣੇ ਆਪ ਨੂੰ, ਆਪਣੇ ਸ਼ੁੱਧ ਰੂਪ ਨੂੰ ਜਾਣੋ। ਵਾਰ ਦੁਹਰਾ ਰਿਹਾ, ਕੰਨੀ ਗੱਲ ਪਾ ਲਓ। ਇਹੀ ਯੁੱਧ ਹੈ ਸਾਡਾ, ਸਵੈ ਤੋਂ ਸਵੈ ਦੀ ਤਸਦੀਕ ਤੱਕ। ਤਸਦੀਕਸ਼ੁਦਾ ਜੀਵਨ ਮੌਲਿਕ ਵਿਹਾਰ ਦੇ ਵਿੱਚ ਜਦੋਂ ਆਏਗਾ, ਫਿਰ ਹੀ ਅਸੀਂ ਕਹਿ ਸਕਾਂਗੇ ਕਿ ਹਾਂ, ਜੀਵਨ ਇਹ ਹੈ, ਇਹ ਵਿਅਕਤੀ ਹੈ, ਇਹ ਮਨੁੱਖ ਹੈ। ਪਾਰ ਦ੍ਰਿਸ਼ਟੀ, ਦ੍ਰਿਸ਼ ਤੋਂ ਪਾਰ ਜਦੋਂ ਦੇਖਦੇ ਰਵਾਂਗੇ ਤਾਂ ਦ੍ਰਿਸ਼ਟੀ ਬਹੁਤ ਕੁਝ ਵਿਖਾਏਗੀ। ਵੇਖਦੇ ਹਾਂ ਅੱਜ ਦੀ ਪਾਰ ਦ੍ਰਿਸ਼ਟੀ ਸਾਨੂੰ ਕਿੰਨੀ ਕੁ ਆਪਣੇ ਨੇੜੇ ਮਹਿਸੂਸ ਹੁੰਦੀ ਹੈ। ਮਿਲਦੇ ਰਹਾਂਗੇ ਪਿਆਰਿਓ। ਸਫ਼ਰ ਬਹੁਤ ਲੰਬਾ ਹੈ ਤੇ ਪਾਰ ਦ੍ਰਿਸ਼ਟੀ ਵਿੱਚ ਅਥਾਹ ਸਮੁੰਦਰ ਹੈ। ਜਹਾਨ ਵੀ ਬੇਅੰਤ ਹੈ,
ਤਾਰੀਆਂ ਲਾਉਣੀਆਂ ਜੇ ਤਾਂ ਤਿਆਰੀ ਰੱਖਿਓ ਆਪਣੇ ਆਪ ਦੀ। ਧੰਨਵਾਦ ਜੀ।